ਉਹਦਾ 3 ਨੰਬਰ ਅਧਿਆਇ ਤੇ ਉਹਦੀ 19 ਨੰਬਰ ਪੰਕਤੀ ਕਹਿੰਦਾ, ਇਸ ਲਈ ਤੌਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ। ਹਾਲੇਲੂਇਆ। ਸੋ ਵਚਨ ਸਾਨੂੰ ਕੀ ਦੱਸਦਾ? ਤੌਬਾ ਕਰੋ ਅਤੇ ਮੁੜੋ ਕਿ ਤੁਹਾਡੇ ਪਾਪ ਮਿਟਾਏ ਜਾਣ। ਸੋ ਸਭ ਤੋਂ ਫਸਟ ਸਾਨੂੰ, ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਨ ਦੇ ਵਿੱਚੋਂ ਪਾਪ ਮਿਟਾਏ ਜਾਣ, ਸੋ ਸਭ ਤੋਂ ਫਸਟ ਤੇ ਇਹ ਆ ਕਿ ਸਾਨੂੰ ਮੰਨਣਾ ਹੋਊਗਾ ਕਿ ਅਸੀਂ ਪਾਪੀ ਤੇ ਗੁਨਾਹਗਾਰ ਹਾਂ। ਸੈਕੰਡ ਥਿੰਗ ਇਜ਼ ਕਿ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਾਪ ਮਿਟਾਏ ਜਾਣ ਤਾਂ ਸਾਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣਾ ਹੋਊਗਾ। ਤੀਜੀ ਗੱਲ ਕਿ ਸਾਨੂੰ ਉਹਨਾਂ ਪਾਪਾਂ ਵੱਲੋਂ ਆਪਣਾ ਮਨ ਫਿਰਾਉਣਾ ਹੋਊਗਾ। ਕਹਿੰਦਾ, ਇਸ ਲਈ ਮੁੜੋ, ਤੌਬਾ ਕਰੋ ਅਤੇ ਮੁੜੋ। ਅਸੀਂ ਤੌਬਾ ਕਰਨੀ ਆ। ਤੌਬਾ ਕਿੱਦਾਂ ਕਰਨੀ? ਕਿ ਵਾਕਿਆ ਹੀ ਹਾਂ, ਅਸੀਂ ਇਸ ਚੀਜ਼ ਨੂੰ ਰਿਅਲਾਈਜ਼ ਕਰਨਾ ਆ ਕਿ ਵਾਕਿਆ ਹੀ ਮੈਂ ਪਾਪੀ ਹਾਂ, ਗੁਨਾਹਗਾਰ ਹਾਂ ਤੇ ਮੇਰੀ ਤੌਬਾ ਆ, ਮੈਂ ਹੋਰ ਜਿਹੜੇ ਆ ਪਾਪ ਨਹੀਂ ਕਰਨੇ, ਮੈਂ ਇਹਨਾਂ ਪਾਪਾਂ ਦੇ ਵਿੱਚੋਂ ਬਾਹਰ ਨਿਕਲਣਾ ਆ। ਤਾਂ ਤੌਬਾ ਕਰੋ, ਪਰਮੇਸ਼ਵਰ ਦੀ ਹਜ਼ੂਰੀ ਵਿੱਚ ਤੌਬਾ ਕਰੋ। ਔਰ ਕਹਿੰਦਾ ਮੁੜੋ, ਮੁੜੋ ਉਹਨਾਂ ਪਾਪਾਂ ਤੋਂ ਜਿਹੜੇ ਤੁਸੀਂ ਕਰਦੇ ਆ, ਉਹਨਾਂ ਤੋਂ ਮੁੜਨਾ ਆ ਭਈ ਤੁਹਾਡੇ ਪਾਪ ਮਿਟਾਏ ਜਾਣ। ਤਾਂ ਸਾਡੇ ਪਾਪ ਮਿਟਾਏ ਜਾਣਗੇ। ਜੇਕਰ ਅਸੀਂ ਪਾਪਾਂ ਤੋਂ ਮਨ ਫਿਰਾਉਂਦੇ ਨਹੀਂ, ਅਸੀਂ ਮੁੜਦੇ ਨਹੀਂ, ਫਿਰ ਸਾਡੇ ਪਾਪ ਮਿਟਾਏ ਨਹੀਂ ਜਾ ਸਕਦੇ। ਫਿਰ ਉਹ ਉਦਾਂ ਹੀ ਰਹਿਣੇ ਆ। ਫਿਰ ਭਾਵੇਂ ਤੁਸੀਂ ਜਿੰਨੀ ਵਾਰੀ ਮਰਜ਼ੀ ਤੁਸੀਂ ਕਹੀ ਚੱਲੋ ਕਿ ਅਸੀਂ ਪਾਪੀ ਆ, ਗੁਨਾਹਗਾਰ ਆ, ਪਰ ਤੁਸੀਂ ਮੁੜ ਕੇ ਜਿਹੜਾ ਆ ਉਹੀ ਗਲਤੀਆਂ ਕਰੀ ਜਾਓਗੇ ਤਾਂ ਫਿਰ ਪਾਪ ਨਹੀਂ ਮਿਟਾਏ ਜਾਣਗੇ। ਜੇ ਮੁੜ ਕੇ ਅਸੀਂ ਉਹੀ ਝੂਠ ਅਪਰਾਧ ਕਰੀ ਜਾਵਾਂਗੇ ਤਾਂ ਫਿਰ ਪਾਪ ਨਹੀਂ ਮਿਟਾਏ ਜਾਣਗੇ। ਅਗਰ ਅਸੀਂ ਚਾਹੁੰਦੇ ਹਾਂ ਸਾਡੇ ਪਾਪ ਮਿਟਾਏ ਜਾਣ ਤਾਂ ਜ਼ਰੂਰੀ ਆ ਕਿ ਅਸੀਂ ਉਹਨਾਂ ਪਾਪਾਂ ਚੋਂ ਜਿਨ੍ਹਾਂ ਦੀ ਅਸੀਂ ਤੌਬਾ ਕਰਦੇ ਹਾਂ, ਅਸੀਂ ਉਹਨਾਂ ਨੂੰ ਹਮੇਸ਼ਾ ਲਈ ਰਿਪੀਟ ਕਰਨਾ ਜਿਹੜਾ ਆ, ਦੁਹਰਾਉਣਾ ਜਿਹੜਾ ਆ, ਉਹਨਾਂ ਨੂੰ ਛੱਡ ਦਈਏ। ਸੋ ਫਸਟ ਸਟੈਪ ਕੀ ਆ? ਤੌਬਾ ਕਰਨੀ। ਤਾਂ ਜ਼ਰੂਰੀ ਆ ਕਿ ਅਸੀਂ ਤੌਬਾ ਕਰੀਏ। ਔਰ ਜਦੋਂ ਅਸੀਂ ਤੌਬਾ ਕਰਦੇ ਹਾਂ, ਅਸੀਂ ਮੁੜ ਆਉਂਦੇ ਹਾਂ ਉੱਧਰ ਨੂੰ, ਫਿਰ ਸਾਡੇ ਪਾਪ ਮਿਟਾਏ ਜਾਂਦੇ ਆ। ਸੋ ਇੱਥੋਂ ਸਾਨੂੰ ਇੱਕ ਗੱਲ ਸਮਝ ਆਉਂਦੀ ਕਿ ਜੇ ਅਸੀਂ ਮੁੜਦੇ ਨਹੀਂ ਆ, ਫਿਰ ਸਾਡੇ ਪਾਪ ਮਿਟਾਏ ਜਾਂਦੇ ਨਹੀਂ ਆ। ਕਈਆਂ ਨੂੰ ਇਹ ਹੁੰਦਾ ਕਿ ਮੈਂ ਤਾਂ ਤੌਬਾ ਕਰ ਲਈ ਆ, ਮੈਂ ਤੇ ਕਹਿ ਦਿੱਤਾ ਮੈਂ ਪਾਪੀ ਤੇ ਗੁਨਾਹਗਾਰ ਆ ਤੇ ਪ੍ਰਭੂ ਜੀ ਮੇਰੇ ਪਾਪ ਮਾਫ਼ ਕਰ ਦਿਓ, ਤਾਂ ਪ੍ਰਭੂ ਨੇ ਮੇਰੇ ਪਾਪ ਮਾਫ਼ ਕਰ ਦਿੱਤੇ। ਫਿਰ ਬਹੁਤ ਵੱਡਾ ਭੁਲੇਖਾ ਆ। ਜਦ ਤੱਕ ਤੁਸੀਂ ਉਸ ਪਾਪ ਨੂੰ ਛੱਡ ਨਹੀਂ ਦਿੰਦੇ, ਓਨੀ ਦੇਰ ਤੱਕ ਉਹ ਪਾਪ ਮਾਫ਼ ਨਹੀਂ ਹੋਇਆ। ਤਾਂ ਪਾਪ ਉਦੋਂ ਮਾਫ਼ ਹੋਣਾ ਆ ਜਦੋਂ ਤੁਸੀਂ ਉਸ ਪਾਪ ਨੂੰ ਦੁਹਰਾਉਣਾ ਛੱਡ ਦਿਓਗੇ। ਜਿਸ ਦਿਨ ਤੁਸੀਂ ਉਸ ਪਾਪ ਨੂੰ, ਮਤਲਬ ਤੁਸੀਂ ਕਹਿ ਰਹੇ ਹੋ ਕਿ ਮੇਰੀ ਜਿਹੜੀ ਗਲੂਟਨ ਦੀ ਪ੍ਰੋਬਲਮ ਆ ਉਹ ਠੀਕ ਹੋ ਜਾਵੇ, ਤੁਸੀਂ ਕਹਿ ਰਹੇ ਹੋ ਕਿ ਮੈਨੂੰ ਜਿਹੜੀ ਵੀਟ ਐਲਰਜੀ ਆ ਮੇਰੀ ਉਹ ਜਾਂਦੀ ਰਵੇ, ਤੁਸੀਂ ਉਹਦੇ ਲਈ ਪ੍ਰੇਅਰ ਕਰ ਰਹੇ ਹੋ ਜਾਂ ਤੁਸੀਂ ਉਹਦੀ ਮੈਡੀਸਿਨ ਖਾ ਰਹੇ ਹੋ, ਪਰ ਤੁਸੀਂ ਬਾਰ-ਬਾਰ ਫਿਰ ਤੋਂ ਤੁਸੀਂ ਉਹ ਜਿਹੜੀ ਗਲੂਟਨ ਆ ਤੁਸੀਂ ਉਹਨੂੰ ਲੈ ਰਹੇ ਹੋ, ਤੁਸੀਂ ਉਹਨੂੰ ਫਿਰ ਤੋਂ ਕਣਕ ਨੂੰ, ਵੀਟ ਨੂੰ ਤੁਸੀਂ ਲੈ ਰਹੇ ਹੋ, ਤਾਂ ਕਿੱਦਾਂ ਉਹਦੇ ਤੋਂ ਤੁਹਾਨੂੰ ਫ਼ਰਕ ਪਏਗਾ? ਤਾਂ ਤੁਹਾਨੂੰ ਕੁਛ ਚਿਰ ਦੇ ਲਈ ਤਾਂ ਉਸ ਚੀਜ਼ ਨੂੰ ਜਿਹੜਾ ਅਵੋਇਡ ਕਰਨਾ ਹੀ ਹੋਊਗਾ। ਔਰ ਜਦੋਂ ਤੁਸੀਂ ਉਹਨੂੰ ਅਵੋਇਡ ਕਰੋਗੇ ਤਦ ਤੁਹਾਡੀ ਜਿਹੜੀ ਬੋਡੀ ਆ ਨਾ ਉਹ ਇੱਕ ਉਸ ਸਿਸਟਮ ਦੇ ਵਿੱਚ ਆਊਗੀ ਕਿ ਉਹ ਹੀਲਿੰਗ ਦੇ ਪ੍ਰੋਸੈਸ ਦੇ ਵਿੱਚ ਆ ਸਕੇ। ਤਾਂ ਬਹੁਤ ਜ਼ਰੂਰੀ ਆ ਇਸੇ ਤਰੀਕੇ ਦੇ ਨਾਲ ਅਸੀਂ ਜਦੋਂ ਪਾਪ ਨੂੰ ਛੱਡਣਾ ਆ ਤੇ ਫਿਰ ਉਸ ਪਾਪ ਨੂੰ ਅਸੀਂ ਦੁਬਾਰਾ ਲੈਣਾ ਨਹੀਂ ਆਪਣੇ ਜੀਵਨ ਦੇ ਵਿੱਚ, ਤਦ ਅਸੀਂ ਉਹਦੇ ਤੋਂ ਜਾ ਕੇ ਹੀਲ ਹੋਵਾਂਗੇ। ਸ਼ਰਾਬੀ ਨੇ ਸ਼ਰਾਬ ਛੱਡਣੀ ਆ ਤੇ ਰੋਜ਼ ਉਹ ਸ਼ਰਾਬ ਦਾ ਜਿਹੜਾ ਆ ਗਲਾਸੀ ਵਿੱਚ ਸ਼ਰਾਬ ਪਾ ਕੇ ਉਹ ਪ੍ਰੇਅਰ ਕਰੇ ਕਿ ਮੈਂ ਸ਼ਰਾਬ ਨੂੰ ਛੱਡਣਾ ਚਾਹੁੰਦਾ ਆ, ਪੀ ਕੇ ਪ੍ਰੇਅਰ ਕਰੇ ਕਿ ਮੈਂ ਸ਼ਰਾਬ ਨੂੰ ਛੱਡਣਾ ਚਾਹੁੰਦਾ, ਤਾਂ ਕੁਛ ਦੇਰ ਤਾਂ ਉਹ ਦੂਰ ਰਹਿਣ ਦੀ ਕੋਸ਼ਿਸ਼ ਤਾਂ ਕਰੇ, ਤਾਂ ਪਰਮੇਸ਼ਵਰ ਉਹਨੂੰ ਬਲ ਦੇਣਗੇ ਕਿ ਉਹ ਉਸ ਵਿਪਤਾ ਦੇ ਵਿੱਚੋਂ ਜਿਹੜਾ ਹੈ ਬਾਹਰ ਨਿਕਲ ਸਕੇ। ਪਰ ਜੇ ਛੱਡਣ ਦੀ ਕੋਸ਼ਿਸ਼ ਹੀ ਨਹੀਂ ਕਰਨੀ, ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਦੁਹਰਾਉਣਾ ਆ, ਤੁਸੀਂ ਗਾਲਾਂ ਕੱਢਣੀਆਂ ਛੱਡਣੀਆਂ ਚਾਹੁੰਦੇ ਆ, ਪਰ ਗਾਲਾਂ ਕੱਢ ਕੇ ਫਿਰ ਤੁਸੀਂ ਕਹਿੰਦੇ ਮੈਂ ਛੱਡਣੀਆਂ ਚਾਹੁੰਦੇ ਆ, ਜਿੱਦਾਂ ਬਹੁਤ ਸਾਰੇ ਲੋਕੀ ਚਾਹ ਛੱਡਣੀ ਚਾਹੁੰਦੇ ਆ, ਪਰ ਆਲ ਦਾ ਟਾਈਮ ਉਹ ਜਦੋਂ ਚਾਹ ਪੀਂਦੇ ਆ ਉਦੋਂ ਕਹਿਣਗੇ ਕਿ ਮੈਂ ਨਾ ਮੇਰਾ ਇਰਾਦਾ ਮੈਂ ਚਾਹ ਛੱਡ ਹੀ ਦੇਵਾਂ। ਫਿਰ ਉਹਨਾਂ ਨੇ ਥੋੜ੍ਹੀ ਦੇਰ ਬਾਅਦ ਚਾਹ ਪੀ ਲੈਣੀ ਆ, 2-4 ਘੰਟੇ ਬਾਅਦ ਫਿਰ ਮੇਰਾ ਇਰਾਦਾ ਚਾਹ ਛੱਡ ਹੀ ਦੇਵਾਂ। ਜਦੋਂ ਚਾਹ ਦੇ ਨਾਲ ਐਸਿਡ ਬਣਨਾ ਆ ਉਦੋਂ ਕਹਿਣਾ ਮੈਂ ਚਾਹ ਛੱਡ ਦੇਵਾਂ, ਜਦੋਂ ਚਾਹ ਦੀ ਕ੍ਰੇਵਿੰਗ ਹੋਣੀ ਆ ਫਿਰ ਚਾਹ ਪੀ ਲੈਂਦੇ ਆ। ਸੋ ਬਹੁਤ ਸਾਰੇ ਲੋਕੀ ਏਦਾਂ ਹੀ ਕਰਦੇ ਆ ਕਿ ਉਹ ਪਾਪ ਨੂੰ ਛੱਡਣਾ ਚਾਹੁੰਦੇ ਆ, ਦੇ ਨੋ ਕਿ ਇਹ ਗਲਤ ਆ, ਇਸ ਚੀਜ਼ ਦਾ ਉਹਨਾਂ ਨੂੰ ਚੰਗਾ ਭਲਾ ਪਤਾ ਆ ਕਿ ਇਹ ਗਲਤ ਆ, ਪਰ ਫਿਰ ਵੀ ਕੀ ਕਰਦੇ ਆ, ਉਹ ਬਾਰ-ਬਾਰ ਉਸੇ ਚੀਜ਼ ਨੂੰ ਜਿਹੜਾ ਹੈ ਨਾ ਰਿਪੀਟ ਕਰਦੇ ਆ, ਉਸੇ ਚੀਜ਼ ਦੇ ਵਿੱਚ ਫਸੇ ਹੋਏ ਆ, ਪਾਪ ਕਰੀ ਜਾ ਰਹੇ ਆ। ਅਗਰ ਤੁਸੀਂ ਪਾਪ ਨੂੰ ਛੱਡਣਾ ਚਾਹੁੰਦੇ ਆ ਤਾਂ ਮੁੜੋ, ਉੱਥੋਂ ਮੁੜ ਆਓ। ਤੁਸੀਂ ਮਤਲਬ ਕਹਿ ਰਹੇ ਆ ਕਿ ਮੈਨੂੰ ਪਤਾ ਆ ਅੱਗੇ ਖੂਹ ਆ ਤੇ ਮੈਂ ਖੂਹ ਵਿੱਚ ਡਿੱਗਣਾ ਨਹੀਂ ਚਾਹੁੰਦਾ, ਪ੍ਰਭੂ ਮੈਨੂੰ ਖੂਹ ਵਿੱਚ ਡਿੱਗਣ ਤੋਂ ਬਚਾਓ। ਹੁਣ ਜੇ ਤੂੰ ਖੂਹ ਵਿੱਚੋਂ ਡਿੱਗਣ ਤੋਂ ਬਚਣਾ ਚਾਹੁੰਦਾ ਹੈ ਤੂੰ ਪਿੱਛੇ ਨੂੰ ਮੁੜ,
ਪਰ ਤੂੰ ਖੂਹ ਵਿੱਚ ਡਿੱਗਣਾ ਨਹੀਂ ਚਾਹੁੰਦਾ, ਪਰ ਤੁਰ ਰਿਹਾ ਆ ਖੂਹ ਵੱਲ ਨੂੰ, ਤਾਂ ਫਿਰ ਕਿੱਦਾਂ ਤੂੰ ਬਚ ਸਕਦਾ ਹੈ? ਤਾਂ ਤੂੰ ਕੋਸ਼ਿਸ਼ ਕਰ ਪਿੱਛੇ ਨੂੰ ਮੁੜਨ ਦੀ। ਅਗਰ ਕੋਈ ਚੀਜ਼ ਤੈਨੂੰ ਪਿੱਛੇ ਨੂੰ ਨਹੀਂ ਮੁੜਨ ਦਿੰਦੀ ਤਾਂ ਉਹਦੇ ਵਾਸਤੇ ਪ੍ਰਭੂ ਜੀ ਮਦਦ ਕਰਨਗੇ, ਪਰ ਐਟਲੀਸਟ ਤੂੰ ਤਾਂ ਕੋਸ਼ਿਸ਼ ਕਰ। ਜਿਹੜੀਆਂ ਚੀਜ਼ਾਂ ਤੁਹਾਡੇ ਰਾਹ ਦੇ ਵਿੱਚ ਰੁਕਾਵਟ ਬਣਦੀਆਂ, ਪਰਮੇਸ਼ਵਰ ਉਹਨਾਂ ਚੀਜ਼ਾਂ ਨੂੰ ਦੂਰ ਕਰਨਗੇ। ਪਰ ਤੁਸੀਂ ਆਪ ਹੀ ਜੇਕਰ ਉਸ ਚੀਜ਼ ਵੱਲ ਨੂੰ ਜਾਓਗੇ, ਕਿਸੇ ਬੁਰੀ ਸ਼ਕਤੀ ਦੀ ਇੱਛਾ ਹੈ ਕਿ ਤੁਸੀਂ ਖੂਹ ਵਿੱਚ ਡਿੱਗੋ, ਤੁਹਾਡੇ ਵਿਰੋਧੀ ਦੀ ਇੱਛਾ ਹੈ ਕਿ ਤੁਸੀਂ ਖੂਹ ਵਿੱਚ ਡਿੱਗੋ, ਤੇ ਤੁਸੀਂ ਆਪ ਵੀ ਉਧਰ ਨੂੰ ਹੀ ਤੁਰੇ ਜਾ ਰਹੇ, ਔਰ ਜਪਦੇ ਜਾ ਰਹੇ, ਪ੍ਰਭੂ ਮੈਂ ਖੂਹ 'ਚ ਨਹੀਂ ਡਿੱਗਣਾ ਚਾਹੁੰਦਾ, ਪ੍ਰਭੂ ਮੈਂ ਖੂਹ 'ਚ ਨਹੀਂ ਡਿੱਗਣਾ ਚਾਹੁੰਦਾ, ਔਰ ਤੁਰੇ ਜਾ ਰਹੇ ਹੋ ਖੂਹ ਦੇ ਵੱਲ ਨੂੰ, ਤਾਂ ਕਿੱਦਾਂ ਤੁਹਾਡੀ ਮਦਦ ਹੋਏਗੀ? ਤਾਂ ਜ਼ਰੂਰੀ ਆ ਕਿ ਖੂਹ ਤੋਂ ਨਹੀਂ ਡਿੱਗਣਾ, ਖੂਹ ਦੇ ਵਿੱਚ ਤਾਂ ਖੂਹ ਤੋਂ ਪਿੱਛੇ ਮੁੜੋ। ਤਾਂ ਪਾਪ ਇੱਕ ਖੂਹ ਆ, ਸੋ ਤੁਸੀਂ ਜ਼ਰੂਰੀ ਆ ਕਿ ਤੁਸੀਂ ਉਹਦੇ ਚੋਂ ਬਾਹਰ ਆ ਜਾਓ। ਹਾਲੇਲੂਇਆ। ਸੋ ਅਸੀਂ ਵਚਨ ਦੇ ਵਿੱਚ ਦੇਖਿਆ ਕਿ ਵਚਨ ਦੇ ਵਿੱਚ ਲਿਖਿਆ ਤੌਬਾ ਕਰੋ ਤੇ ਮੁੜੋ। ਕਾਹਦੇ ਵਾਸਤੇ? ਕਹਿੰਦਾ ਪ੍ਰਭੂ ਦੇ ਹਜ਼ੂਰੋਂ ਜਿਹੜੇ ਆ ਮੁੜੋ, ਭਈ ਤੁਹਾਡੇ ਪਾਪ ਮਿਟਾਏ ਜਾਣ, ਤਾਂ ਪ੍ਰਭੂ ਦੇ ਹਜ਼ੂਰੋਂ ਤੁਹਾਡੇ ਲਈ ਸੁੱਖ ਦੇ ਦਿਨ ਆਉਣ। ਇਹਦਾ ਮਤਲਬ ਜਿੰਨੀ ਦੇਰ ਤੱਕ ਸਾਡੇ ਜੀਵਨ ਦੇ ਵਿੱਚ ਪਾਪ ਆ, ਉਨਾ ਚਿਰ ਸਾਡੇ ਜੀਵਨ ਦੇ ਵਿੱਚ ਸੁੱਖ ਦੇ ਦਿਨ ਨਹੀਂ ਆ। ਸੁੱਖ ਦੇ ਦਿਨ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਉਦੋਂ ਆਉਣੇ ਆ ਜਦੋਂ ਅਸੀਂ ਪਾਪ ਨੂੰ ਛੱਡ ਦਿਆਂਗੇ, ਜਦੋਂ ਅਸੀਂ ਪਾਪ ਦੇ ਵਿੱਚੋਂ ਬਾਹਰ ਆ ਜਾਵਾਂਗੇ। ਹਾਲੇਲੂਇਆ। ਸੋ ਅਸੀਂ ਮੁੜਨਾ ਆ। ਇੱਕ ਆਇਤ ਅਸੀਂ ਇਸੇ ਹੀ ਬੁੱਕ ਦੀ ਹੋਰ ਦੇਖਾਂਗੇ, ਰਸੂਲਾਂ ਦੇ ਕਰਤੱਬ ਤੇ ਉਹਦੇ 2 ਨੰਬਰ ਅਧਿਆਏ ਤੇ ਉਹਦੀ 38 ਵਰਡਸ, ਬੁੱਕ ਆਫ ਐਕਟਸ ਚੈਪਟਰ ਨੰਬਰ 2 ਵਰਸ 38। ਰਸੂਲਾਂ ਦੇ ਕੰਮ 2 ਅਧਿਆਏ ਉਹਦੀ 38 ਨੰਬਰ ਆਇਤ ਦੇ ਵਿੱਚ ਇਦਾਂ ਲਿਖਿਆ ਆ, ਕਹਿੰਦਾ ਤਦ ਪਤਰਸ ਨੇ ਉਹਨਾਂ ਨੂੰ ਆਖਿਆ ਤੌਬਾ ਕਰੋ ਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ, ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਸੋ ਸੈਕੰਡ, ਅਗਰ ਅਸੀਂ ਮੰਨ ਲਿਆ ਆ ਕਿ ਅਸੀਂ ਪਾਪੀ ਆ, ਗੁਨਾਹਗਾਰ ਆ, ਅਸੀਂ ਇਸ ਚੀਜ਼ ਦਾ ਮੰਨ ਲਿਆ ਆ ਕਿ ਸਾਡੇ ਜੀਵਨ ਦੇ ਵਿੱਚ ਗਲਤੀਆਂ ਆ, ਅਸੀਂ ਉਹਨਾਂ ਗਲਤੀਆਂ ਚੋਂ ਬਾਹਰ ਆਉਣਾ ਆ, ਔਰ ਅਸੀਂ ਇਕਰਾਰ ਵੀ ਕਰ ਲਿਆ। ਹੁਣ ਸੈਕੰਡ ਸਟੈਪ ਕੀ ਆ? ਅਸੀਂ ਤੌਬਾ ਕਰਨ ਦੇ ਬਾਅਦ ਬਪਤਿਸਮਾ ਲੈਣਾ ਹੈ। ਜ਼ਰੂਰੀ ਆ ਕਿ ਅਸੀਂ ਤੌਬਾ ਕਰੀਏ ਅਤੇ ਬਪਤਿਸਮਾ ਲਈਏ, ਤਾਂ ਜੋ ਪਰਮੇਸ਼ਵਰ ਦੀ ਹਜ਼ੂਰੀ ਚੋਂ ਸਾਡੇ ਪਾਪ ਮਿਟਾਏ ਜਾਣ, ਅਸੀਂ ਬਚਾਏ ਜਾਈਏ ਤੇ ਸਾਡੇ ਉੱਤੇ ਕਿਰਪਾ ਹੋ ਜਾਵੇ। ਸੋ ਜਦੋਂ ਅਸੀਂ ਬਪਤਿਸਮਾ ਲੈਂਦੇ ਆ, ਬਪਤਿਸਮਾ ਜਿਹੜਾ ਆ ਉਹ ਸਾਡਾ ਇੱਕ ਫਿਜ਼ੀਕਲ ਐਕਟ ਆ ਜਿਹੜਾ ਸਾਡੇ ਸਪਿਰਿਚੁਅਲੀ ਚੀਜ਼ਾਂ ਨੂੰ ਚੇਂਜ ਕਰਦਾ ਆ। ਸਾਡੀ ਸਰੀਰਕ ਪ੍ਰਤੀਕਿਰਿਆ ਆ ਜਿਹੜਾ ਆਤਮਿਕ ਕੰਮਾਂ ਨੂੰ ਬਦਲਦਾ ਆ, ਕਿਉਂਕਿ ਬਪਤਿਸਮੇ ਦਾ ਅਰਥ ਆ ਇੱਕ ਤਰੀਕੇ ਦੇ ਨਾਲ ਕਿ ਅਸੀਂ ਪਾਪ ਵਿੱਚ ਮਰਦੇ ਆ ਤੇ ਨਵੀਂ ਮਨੁੱਖਤਾ ਦੇ ਵਿੱਚ ਪੈਦਾ ਹੁੰਦੇ, ਪਰਮੇਸ਼ਵਰ ਵਿੱਚ ਪੈਦਾ ਹੁੰਦੇ ਆ, ਜਿਹਨੂੰ ਅਸੀਂ ਬੋਰਨ ਅਗੇਨ ਕਹਿ ਦਿੰਦੇ ਆ ਜਾਂ ਨਿਊ ਬੋਰਨ ਕਹਿ ਦਿੰਦੇ ਆ, ਮਸੀਹ ਦੇ ਵਿੱਚ ਨਿਊ ਬੋਰਨ ਇਨ ਕ੍ਰਾਈਸਟ। ਸੋ ਇਸ ਤਰੀਕੇ ਦੇ ਨਾਲ ਨਵਾਂ ਜਨਮ ਪ੍ਰਾਪਤ ਕਰਨਾ, ਨਵੇਂ ਜਨਮ ਨੂੰ ਪਾਏ ਹੋਏ ਹੋਣਾ, ਤਾਂ ਬਪਤਿਸਮਾ ਲੈਣਾ। ਅਗਰ ਤੁਸੀਂ ਪਾਪਾਂ ਦੀ ਮਾਫੀ ਮੰਗ ਲਈ ਆ, ਤੁਸੀਂ ਪਾਪ ਤੋਂ ਤੌਬਾ ਕਰ ਲਈ ਆ, ਤਾਂ ਜ਼ਰੂਰੀ ਆ ਕਿ ਹੁਣ ਅਸੀਂ ਬਪਤਿਸਮਾ ਲਈਏ। ਔਰ ਬਪਤਿਸਮਾ ਲੈਣ ਦੇ ਬਾਅਦ ਵਿੱਚ ਸਾਡੇ ਉੱਤੇ ਪਵਿੱਤਰ ਆਤਮਾ ਦਾ ਵਰਦਾਨ ਆਉਂਦਾ ਆ। ਔਰ ਮੈਂ 2 ਸੰਡੇ ਪਹਿਲਾਂ ਇਸ ਚੀਜ਼ ਨੂੰ ਜਿਹੜਾ ਛੋਟੇ ਜਿਹੇ ਵਰਡਸ ਦੇ ਵਿੱਚ ਸਮਝਾਇਆ ਵੀ ਸੀ, ਔਰ ਅੱਜ ਵੀ ਮੈਂ ਜ਼ਰੂਰ ਐਕਸਪਲੇਨ ਕਰਨਾ ਚਾਹਾਂਗੀ, ਕਿਉਂਕਿ ਸੰਡੇ ਦੇ ਦਿਨ ਤੁਸੀਂ ਸਾਰੇ ਆਪਣੀਆਂ ਚਰਚਿਸ ਦੇ ਵਿੱਚ ਹੁੰਦੇ ਆ, ਸਕਿਪ ਹੋ ਜਾਂਦਾ ਸੰਡੇ ਦਾ ਸਰਮਨ। ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਦੋਂ ਅਸੀਂ ਬਪਤਿਸਮਾ ਲੈਂਦੇ, ਜਦੋਂ ਅਸੀਂ ਪਾਣੀ ਦੇ ਅੰਦਰ ਜਾਂਦੇ ਆ, ਤਾਂ ਉਹ ਪ੍ਰਤੀਕਿਰਿਆ ਆ ਇਸ ਤਰੀਕੇ ਦੇ ਨਾਲ ਕਿ ਅਸੀਂ ਦਫਨ ਹੋ ਰਹੇ ਹਾਂ। ਸਾਡਾ ਆਤਮਾ ਜਿਹੜਾ ਆ ਨਾ ਉਹ ਦਫਨ ਹੋ ਰਿਹਾ ਆ। ਕਿਹੜਾ ਵਾਲਾ ਆਤਮਾ? ਜਿਹੜਾ ਆਤਮਾ ਪਾਪ ਕਰਦਾ ਸੀ, ਜਿਹੜਾ ਆਤਮਾ ਵਿਭਚਾਰੀ ਸੀ, ਜਿਹੜਾ ਆਤਮਾ ਚੁਗਲੀਆਂ ਦਾ ਸਵਾਦ ਜਿਹੜਾ ਸੀ ਉਹਨੂੰ ਲੱਗਾ ਹੋਇਆ ਸੀਗਾ, ਜਿਹਨੂੰ ਗਲਤ ਚੀਜ਼ਾਂ ਕਰਨ ਦੀ, ਗਲਤ ਗੱਲਾਂ ਦੀ ਆਦਤ ਸੀ, ਗਲਤ ਚੀਜ਼ਾਂ ਦੇਖਣ ਦੀ, ਗਲਤ ਚੀਜ਼ਾਂ ਸੁਣਨ ਦੀ, ਗਲਤ ਚੀਜ਼ਾਂ ਬੋਲਣ ਦੀ ਜਿਹਨੂੰ ਆਦਤ ਸੀ। ਮਤਲਬ ਜਿਹੜਾ ਆਤਮਾ ਦੁਸ਼ਟ ਹੋ ਚੁੱਕਾ ਸੀ, ਭ੍ਰਿਸ਼ਟ ਹੋ ਚੁੱਕਿਆ ਸੀਗਾ, ਉਸ ਆਤਮਾ ਨੂੰ ਅਸੀਂ ਦਫਨ ਕਰ ਰਹੇ ਹਾਂ ਜਦੋਂ ਅਸੀਂ ਪਾਣੀ ਦੇ ਅੰਦਰ ਜਾਂਦੇ ਹਾਂ। ਔਰ ਜਦੋਂ ਅਸੀਂ ਪਾਣੀ ਤੋਂ ਉੱਪਰ ਆਉਂਦੇ ਆ ਤੇ ਉਹ ਇਸ ਚੀਜ਼ ਨੂੰ ਪ੍ਰਗਟ ਕਰਦਾ ਕਿ ਹੁਣ ਅਸੀਂ ਨਵਾਂ ਜਨਮ ਜਿਹੜਾ ਆ ਲੈ ਲਿਆ ਆ, ਹੁਣ ਅਸੀਂ ਨਵੇਂ ਇਨਸਾਨ ਆ, ਸਾਡਾ ਆਤਮਾ ਨਵਾਂ ਆ। ਹੁਣ ਸਾਨੂੰ ਕੋਈ ਵੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਇਨ ਦਾ ਸੈਂਸ ਕਿ ਜਿਹੜੀਆਂ ਚੀਜ਼ਾਂ ਪਰਮੇਸ਼ਵਰ ਨੂੰ ਪਸੰਦ ਨਹੀਂ ਆ, ਹੁਣ ਸਾਡਾ ਉਹਨਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ। ਹੁਣ ਅਸੀਂ ਉਹ ਕਰਾਂਗੇ ਜੋ ਪਰਮੇਸ਼ਵਰ ਦੀ ਪਸੰਦ ਦਾ, ਕਿਉਂਕਿ ਹੁਣ ਅਸੀਂ ਇੱਕ ਨਵਾਂ ਜਨਮ ਪਾ ਲਿਆ। ਤੇ ਜਦੋਂ ਅਸੀਂ ਪੁਰਾਣੇ ਪਾਪ ਦੱਬ ਦਿੰਨੇ ਆ, ਜਦੋਂ ਮਤਲਬ ਪੁਰਾਣੀ ਇਨਸਾਨੀਅਤ ਨੂੰ ਦੱਬ ਦਿੰਨੇ ਆ, ਉਹਦੇ ਨਾਲ ਹੀ ਸਾਡੀ ਉਹਨਾਂ ਪਾਪਾਂ ਦੀ ਸਜ਼ਾ ਵੀ ਜਿਹੜੀ ਆ ਨਾ ਉਹ ਖਤਮ ਹੋ ਜਾਂਦੀ ਹੈ। ਉਹ ਪਾਪ ਫਿਰ ਮਿਟਾਏ ਜਾਂਦੇ। ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਤੌਬਾ ਕਰਦੇ ਤੇ ਫਿਰ ਬਪਤਿਸਮਾ ਲੈਂਦੇ ਆ, ਤਾਂ ਉਹ ਪਾਪ ਤੇ ਪਾਪਾਂ ਦੀ ਸਜ਼ਾ ਨਾਲ ਹੀ ਦੱਬ ਦਿੱਤੀ ਜਾਂਦੀ ਹੈ।
ਪਰ ਉਹਦੇ ਬਾਅਦ ਵਿੱਚ ਜਦੋਂ ਅਸੀਂ ਨਵਾਂ ਜਨਮ ਪ੍ਰਾਪਤ ਕਰਦੇ ਹਾਂ, ਤਾਂ ਉਦੋਂ ਸਾਡਾ ਫਰਜ਼ ਬਣਦਾ ਆ ਕਿ ਅਸੀਂ ਹੁਣ ਨਵੇਂ ਤਰੀਕੇ ਨਾਲ ਜੀਏ, ਉਸ ਤਰੀਕੇ ਦੇ ਨਾਲ ਜਿਹੜਾ ਪਰਮੇਸ਼ਵਰ ਨੂੰ ਪਸੰਦ ਆਵੇ, ਜਿਹਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਏ, ਜਿਹਦੇ ਨਾਲ ਪਰਮੇਸ਼ਵਰ ਦੀ ਇੱਛਾ ਪੂਰੀ ਹੋਵੇ। ਤਾਂ ਉਸ ਤਰੀਕੇ ਦਾ ਜਿਹੜਾ ਜੀਵਨ ਆ ਅਸੀਂ ਜੀਏ। ਤੇ ਜਦੋਂ ਅਸੀਂ ਨਵਾਂ ਜੀਵਨ ਜੀਨੇ ਆ, ਉਹਦੇ ਨਾਲ ਫਿਰ ਸਾਡਾ ਜੀਵਨ ਦਾ ਤਰੀਕਾ ਬਦਲਦਾ ਹੈ, ਸਾਡੀਆਂ ਸੋਚਾਂ ਬਦਲਦੀਆਂ ਆ, ਔਰ ਸਾਡੀਆਂ ਸੋਚਾਂ ਹੀ ਸਾਡੀ ਰਿਐਲਿਟੀ ਨੂੰ ਬਿਲਡ ਕਰਦੀਆਂ ਆ। ਤਾਂ ਇਸ ਚੀਜ਼ ਦਾ ਜਿਹੜਾ ਅਸੀਂ ਧਿਆਨ ਰੱਖਣਾ। ਔਰ ਫਿਰ ਇੱਥੇ ਲਿਖਿਆ ਆ, ਕਹਿੰਦਾ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਤਾਂ ਜਿੰਨੀ ਦੇਰ ਤੱਕ ਅਸੀਂ ਭ੍ਰਿਸ਼ਟ ਹਾਂ, ਜਿੰਨੀ ਦੇਰ ਤੱਕ ਅਸੀਂ ਪਾਪ ਦੇ ਵਿੱਚ ਹਾਂ, ਤੁਸੀਂ ਸੋਚੋ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਕਿ ਪਾਪ ਵੀ ਕਰ ਰਹੇ ਹਾਂ ਤੇ ਅਸੀਂ ਕਹੀਏ ਕਿ ਪਵਿੱਤਰ ਆਤਮਾ ਵੀ ਸਾਡੇ ਨਾਲ ਹੋਵੇ। ਹੋ ਹੀ ਨਹੀਂ ਸਕਦਾ, ਕਦੀ ਨਹੀਂ ਹੋ ਸਕਦਾ। ਤਾਂ ਪਵਿੱਤਰ ਆਤਮਾ ਦਾ ਅਗਰ ਅਸੀਂ ਦਾਨ ਪ੍ਰਾਪਤ ਕਰਨਾ ਆ, ਤਾਂ ਫਿਰ ਸਾਡੇ ਅੰਦਰੋਂ ਪਹਿਲਾਂ ਬੁਰਾਈ ਨੂੰ ਜਿਹੜਾ ਆ ਉਹ ਦੂਰ ਕਰਨਾ ਹੋਊਗਾ। ਜਿੱਦਾਂ ਜਿੱਦਾਂ ਬੁਰਾਈ ਸਾਡੇ ਅੰਦਰੋਂ ਨਿਕਲਦੀ ਜਾਏਗੀ, ਪਵਿੱਤਰਤਾ ਹੀ ਆਉਂਦੀ ਜਾਏਗੀ। ਝੂਠ ਨਿਕਲਦਾ ਜਾਏਗਾ ਤਾਂ ਪਿੱਛੇ ਕੀ ਬਚੇਗਾ? ਸੱਚਾਈ। ਇਸੇ ਤਰ੍ਹਾਂ ਬੁਰਾਈ ਨਿਕਲ ਜਾਏਗੀ ਤਾਂ ਪਿੱਛੇ ਕੀ ਬਚੇਗਾ? ਚੰਗਿਆਈ। ਹੋਰ ਜਿਹੜੀਆਂ ਹੋਰ ਗਲਤ ਚੀਜ਼ਾਂ ਜਦੋਂ ਉਹ ਨਿਕਲ ਜਾਣਗੀਆਂ, ਤੇ ਉਦੋਂ ਪਿੱਛੇ ਸਭ ਕੁਝ ਜਿਹੜਾ ਹੈ ਉਹ ਬੈਸਟ ਹੀ ਬਚੇਗਾ। ਤੇ ਜਦੋਂ ਸਾਡੇ ਜੀਵਨ ਦੇ ਵਿੱਚ ਸਭ ਤਰ੍ਹਾਂ ਦੀਆਂ ਚੰਗਿਆਈਆਂ ਹੋਣਗੀਆਂ, ਤਾਂ ਪਵਿੱਤਰ ਆਤਮਾ ਸਾਡੇ ਜੀਵਨ ਦੇ ਵਿੱਚ ਆਏਗਾ। ਕਿਉਂਕਿ ਅਗਰ ਇੱਕ ਵਿਭਚਾਰ ਵਿਅਕਤੀ ਜਿਹੜਾ ਆ ਵਿਭਚਾਰ ਕਰਦਾ ਆ, ਆਪਣੀ ਪਤੀ ਪਤਨੀ ਨੂੰ ਛੱਡ ਕੇ ਕਿਸੇ ਹੋਰ ਰਿਲੇਸ਼ਨਸ਼ਿਪ ਦੇ ਵਿੱਚ ਆ, ਕਿਸੇ ਵੀ ਤਰੀਕੇ ਨਾਲ ਵਿਭਚਾਰੀ ਇੱਕ ਨੂੰ ਛੱਡਿਆ, ਦੂਜੇ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆ, ਚਾਹੇ ਉਹ ਕੁਆਰਾ ਚਾਹੇ ਉਹ ਵਿਆਹਿਆ, ਤਾਂ ਉਹ ਵਿਭਚਾਰੀ ਆ। ਕੀ ਤੁਹਾਨੂੰ ਲੱਗਦਾ ਕਿ ਪਵਿੱਤਰ ਆਤਮਾ ਉਹਦੇ ਜੀਵਨ ਦੇ ਵਿੱਚ ਆ ਸਕਦਾ ਆ? ਮੈਨੂੰ ਤੇ ਲੱਗਦਾ ਕਿ ਨਹੀਂ। ਫਿਰ ਉਹ ਚਾਹੇ ਹੋਰ ਬੋਲੀਆਂ ਬੋਲਦਾ ਆ, ਫਿਰ ਚਾਹੇ ਉਹ ਮੈਨੂੰ ਨਹੀਂ ਪਤਾ ਕੀ ਕੁਛ ਕਰਦਾ ਆ, ਪਰ ਮੈਂ ਯਕੀਨ ਕਰਦੀ ਕਿ ਪਵਿੱਤਰ ਆਤਮਾ ਉਹਦੀ ਲਾਈਫ ਦੇ ਵਿੱਚ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜੇ ਕੋਈ ਵਿਅਕਤੀ ਕਿਸੇ ਦੇ ਨਾਲ ਜੈਲਸ ਕਰਦਾ ਆ, ਝੂਠ ਬੋਲਦਾ ਆ, ਚੋਰੀਆਂ ਕਰਦਾ ਆ, ਕੋਈ ਵਿਅਕਤੀ ਜਿਹੜਾ ਆ ਉਹ ਕਿਸੇ ਦੇ ਬਾਰੇ ਵਿੱਚ ਚੰਗਾ ਸੋਚਦਾ ਹੀ ਨਹੀਂ, ਹਰ ਵੇਲੇ ਦੂਜਿਆਂ ਦੇ ਨੁਕਸਾਨ ਦੇ ਬਾਰੇ ਵਿੱਚ ਸੋਚਦਾ ਆ, ਤਾਂ ਮੇਰੇ ਹਿਸਾਬ ਦੇ ਨਾਲ ਮੈਨੂੰ ਲੱਗਦਾ ਕਿ ਪਵਿੱਤਰ ਆਤਮਾ ਉਹਦੇ ਜੀਵਨ ਦੇ ਵਿੱਚ ਨਹੀਂ ਹੋ ਸਕਦਾ, ਕਿਉਂਕਿ ਇਹ ਕੰਮ ਸਾਰੇ ਪਵਿੱਤਰ ਆਤਮਾ ਨੂੰ ਪਸੰਦ ਨਹੀਂ ਆ। ਇਹ ਸਾਰੇ ਕੰਮ ਜਿਹੜੇ ਆ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਆ। ਤੇ ਜੇਕਰ ਕੋਈ ਵਿਅਕਤੀ ਉਹ ਕੰਮ ਕਰਦਾ ਆ ਜਿਹੜੇ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਆ, ਤੇ ਪਵਿੱਤਰ ਆਤਮਾ ਕਿੱਦਾਂ ਉਹਦੀ ਲਾਈਫ ਦੇ ਵਿੱਚ ਹੋ ਸਕਦਾ ਆ? ਤਾਂ ਜਦੋਂ ਅਸੀਂ ਤੌਬਾ ਕਰਦੇ ਹਾਂ, ਜਦੋਂ ਇਹ ਸਾਰੇ ਕੰਮ ਜਿਹੜੇ ਪਰਮੇਸ਼ਵਰ ਨੂੰ ਨਹੀਂ ਪਸੰਦ ਆਉਂਦੇ, ਜਦੋਂ ਅਸੀਂ ਉਹਨਾਂ ਕੰਮਾਂ ਨੂੰ ਛੱਡ ਦਿੰਦੇ ਆ, ਤਦ ਅਸੀਂ ਯਕੀਨ ਕਰ ਸਕਦੇ ਹਾਂ ਕਿ ਹਾਂ ਹੁਣ ਪਵਿੱਤਰ ਆਤਮਾ ਸਾਡੇ ਜੀਵਨ ਵਿੱਚ ਆਏਗਾ। ਜਦੋਂ ਅਸੀਂ ਹੁਕਮ ਮੰਨਣਾ ਸ਼ੁਰੂ ਕਰ ਦਿੰਦੇ ਹਾਂ, ਜਿੱਦਾਂ ਬਪਤਿਸਮਾ ਲੈਣਾ ਇੱਕ ਹੁਕਮ ਆ ਪਰਮੇਸ਼ਵਰ ਦਾ ਕਿ ਬਪਤਿਸਮਾ ਲਵੋ, ਤਾਂ ਅਸੀਂ ਯਿਸੂ ਮਸੀਹ ਜੀ ਨੇ ਵੀ ਬਪਤਿਸਮਾ ਲਿਆ, ਰਾਈਟ? ਤਾਂ ਜ਼ਰੂਰੀ ਆ ਕਿ ਅਸੀਂ ਬਪਤਿਸਮਾ ਲਈਏ। ਤੇ ਮੈਂ ਤੁਹਾਨੂੰ ਵੀ ਜ਼ਰੂਰ ਕਹਾਂਗੀ, ਜਿਨ੍ਹਾਂ ਨੇ ਨਹੀਂ ਬਪਤਿਸਮਾ ਲਿਆ, ਜ਼ਰੂਰ ਬਪਤਿਸਮਾ ਲਓ। ਮਹੀਨੇ ਦਾ ਜਿਹੜਾ ਅਖੀਰਲਾ ਐਤਵਾਰ ਹੁੰਦਾ ਹੈ ਨਾ, ਤੇ ਖੋਜੇਵਾਲ ਚਰਚ ਦੇ ਵਿੱਚ ਬਪਤਿਜ਼ਮ ਸਰਵਿਸ ਹੁੰਦੀ ਆ, ਉੱਥੇ ਪਾਸਟਰ ਦਿਓਲ ਜੀ ਜਿਹੜੇ ਆ ਉਹ ਬਪਤਿਸਮਾ ਦਿੰਦੇ ਆ। ਤੇ ਮੈਂ ਤੁਹਾਨੂੰ ਕਹਾਂਗੀ ਕਿ ਬਪਤਿਸਮੇ ਤੋਂ ਪਹਿਲਾਂ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਬਪਤਿਸਮਾ ਹੈ ਕੀ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਬਪਤਿਸਮਾ ਧਰਮ ਪਰਿਵਰਤਨ ਕਰਨਾ ਯਾਰ, ਉਹ ਆਪਣੇ ਬੱਚਿਆਂ ਨੂੰ ਬਪਤਿਸਮਾ ਨਹੀਂ ਲੈਣ ਦਿੰਦੇ, ਨੌਜਵਾਨ ਬੱਚਿਆਂ ਨੂੰ। ਉਹਨਾਂ ਨੂੰ ਲੱਗਦਾ ਕਿ ਇਹਨਾਂ ਨੇ ਬਪਤਿਸਮਾ ਲੈ ਲਿਆ ਤੇ ਇਹਨਾਂ ਦੇ ਫਿਰ ਵਿਆਹ ਨਹੀਂ ਹੋਣੇ। ਮੈਨੂੰ ਇਸ ਚੀਜ਼ ਤੇ ਮੈਂ ਕੋਈ ਆਰਗੂਮੈਂਟ ਨਹੀਂ ਕਰਨਾ ਚਾਹੁੰਦੀ, ਪਰ ਮੈਂ ਇਦਾਂ ਬਿਲਕੁਲ ਵੀ ਨਹੀਂ ਸੋਚਦੀ। ਬਪਤਿਸਮਾ ਧਰਮ ਪਰਿਵਰਤਨ ਕਰਨਾ ਨਹੀਂ ਆ। ਧਰਮ ਹੈ ਕੀ? ਫਸਟ ਆਫ ਆਲ ਸਾਨੂੰ ਤੇ ਇਹ ਚੀਜ਼ ਅੰਡਰਸਟੈਂਡ ਕਰਨੀ ਚਾਹੀਦੀ ਨਾ, ਧਰਮ ਹੈ ਕੀ? ਤਾਂ ਧਰਮ ਕੋਈ ਕੱਪੜਾ ਨਹੀਂ ਹੈ ਜਿਹਨੂੰ ਬਦਲਿਆ ਜਾਵੇ, ਕੁਝ ਵੀ ਇਦਾਂ ਦਾ ਨਹੀਂ ਆ। ਇਹ ਮਨ ਦਾ ਪਰਿਵਰਤਨ ਹੋਣਾ ਆ, ਇਹ ਜੀਵਨ ਸ਼ੈਲੀ ਦਾ ਪਰਿਵਰਤਨ ਹੋਣਾ ਆ, ਆਪਣੀਆਂ ਆਦਤਾਂ ਦਾ ਬਦਲਾਵ ਜਿਹੜਾ ਆ ਉਹ ਆ। ਪਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਬਪਤਿਸਮਾ ਲੈ ਲਿਆ ਆ, ਪਰ ਉਹਦੇ ਬਾਅਦ ਵਿੱਚ ਵੀ ਸੁਧਰ ਨਹੀਂ ਰਹੇ। ਬਪਤਿਸਮਾ ਲੈ ਲਿਆ ਫਿਰ ਵੀ ਸ਼ਰਾਬਾਂ ਪੀ ਜਾਂਦੇ ਆ, ਬਪਤਿਸਮਾ ਲੈ ਲਿਆ ਦਸਵੰਧ ਨਹੀਂ ਕੱਢਦੇ, ਬਪਤਿਸਮਾ ਲੈ ਲਿਆ ਐਵਰੀ ਸੰਡੇ ਚਰਚ ਨੂੰ ਨਹੀਂ ਆਉਂਦੇ, ਬਪਤਿਸਮਾ ਲੈ ਲਿਆ ਆ ਅਜੇ ਵੀ ਕਈ ਤਰ੍ਹਾਂ ਦੇ ਪਾਪ ਕਰੀ ਜਾ ਰਹੇ, ਕਈ ਤਰ੍ਹਾਂ ਦੀਆਂ ਗਲਤ ਚੀਜ਼ਾਂ ਜਿਹੜੀਆਂ ਆ ਉਹ ਕਰ ਰਹੇ ਆ। ਤਾਂ ਫਿਰ ਉਹ ਬਪਤਿਸਮਾ ਤਾਂ ਵਿਅਰਥ ਹੋ ਗਿਆ ਨਾ। ਤਾਂ ਅਸੀਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਬਿਨਾਂ ਚੀਜ਼ਾਂ ਦੇ ਜਿਹੜਾ ਆ, ਬਿਨਾਂ ਉਸ ਚੀਜ਼ ਦੀ ਅਹਿਮੀਅਤ ਨੂੰ ਸਮਝਿਆ ਜਿਹੜਾ ਹੈ ਨਾ, ਉਹਨਾਂ ਨੂੰ ਬਹੁਤ ਲਾਈਟਲੀ ਲੈਂਦੇ ਆ, ਤੇ ਇਹ ਵੀ ਰੋਂਗ ਆ। ਤੁਸੀਂ ਮਨ ਤੋਂ ਤਿਆਰ ਹੋਵੋ, ਬੈਪਟਿਜ਼ਮ ਲਵੋ, ਔਰ ਫਿਰ ਉਸ ਬੈਪਟਿਜ਼ਮ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋ। ਜ਼ਰੂਰੀ ਆ ਕਿ ਅਸੀਂ ਉਸ ਚੀਜ਼ ਨੂੰ ਜਿਹੜਾ ਆ ਉਹਦੇ ਅਕੋਰਡਿੰਗਲੀ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ, ਤਾਂ ਜੋ ਪਵਿੱਤਰ ਆਤਮਾ ਸਾਡੇ ਲਾਈਫ ਦੇ ਵਿੱਚ ਆਏ, ਪਵਿੱਤਰ ਆਤਮਾ ਸਾਨੂੰ ਬਲੈਸ ਕਰੇ, ਪਵਿੱਤਰ ਆਤਮਾ ਸਾਨੂੰ ਗਾਈਡ ਕਰੇ, ਔਰ ਅਸੀਂ ਦੂਜਿਆਂ ਦੇ ਲਈ ਇੱਕ ਚੰਗੀ ਐਗਜ਼ਾਮਪਲ ਜਿਹੜੀ ਆ ਉਹ ਬਣ ਸਕੀਏ। ਹਾਲੇਲੂਇਆ।